ਅਸੀਂ ਵਾਪਸ ਜਾਣਾ ਹੀ ਨਹੀਂ ਅੰਟਿਲ ਐਂਡ ਅਨਲੈਸ ਰਿਪੀਲ ਨਹੀਂ ਹੁੰਦੇ ਲਾਜ਼, ਅਸੀਂ ਵਾਪਸ ਜਾਣਾ ਹੀ ਨਹੀਂ। ਚਾਹੇ ਸਾਨੂੰ ਜਿੰਨਾ ਮਰਜ਼ੀ ਕਹਿਣ ਕਿ ਤੁਸੀਂ ਅਸੀਂ ਤੁਹਾਡੇ ਲਈ ਆਹ ਕਰ ਦਾਂਗੇ, ਅਸੀਂ ਆਹ ਕਰ ਦਾਂਗੇ, ਅਸੀਂ ਵਾਪਸ ਬਾਅਦ 'ਚ ਲੈ ਲਾਂਗੇ, ਤੁਸੀਂ ਇੱਕ ਵਾਰ ਇਹਨੂੰ ਕਰਕੇ ਦੇਖੋ। ਬਾਰ-ਬਾਰ ਸੰਘਰਸ਼ ਸ਼ੁਰੂ ਨਹੀਂ ਹੁੰਦੇ ਹੈਗੇ। ਹੁਣ ਇਸ ਲੈਵਲ 'ਤੇ ਅਸੀਂ ਸੰਘਰਸ਼ ਲੈ ਕੇ ਆਏ ਹਾਂ, ਅਸੀਂ ਮੁੜ ਕੇ ਨਹੀਂ ਲੈ ਕੇ ਜਾਵਾਂਗੇ, ਅਸੀਂ ਜਿੱਤ ਕੇ ਹੀ ਜਾਵਾਂਗੇ। ਮੈਂ ਕਹਿਣਾ ਚਾਹਾਂਗੀ ਤੁਸੀਂ ਆਹ ਬਜ਼ੁਰਗ ਮਾਤਾ ਨੂੰ ਦੇਖ ਸਕਦੇ ਹੋ ਕਿ ਤੁਹਾਨੂੰ ਕਿਸੇ ਐਂਗਲ ਤੋਂ ਅੱਤਵਾਦੀ ਲੱਗ ਰਹੇ ਨੇ ਇਹ। ਜ਼ਮੀਰ ਹੋਣਾ ਜ਼ਰੂਰੀ ਹੈ, ਜ਼ਮੀਨ ਹੋਣੀ ਜ਼ਰੂਰੀ ਨਹੀਂ ਹੈਗੀ। ਜਿਹਦੇ ਕੋਲ ਜ਼ਮੀਨ ਹੈ ਨਾ ਜੀ, ਉਹਨੇ ਤਾਂ ਫੇਰ ਵੀ ਰੋਟੀ ਖਾ ਲੈਣੀ ਹੈ, ਠੀਕ ਹੈ। ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ ਉਹਨਾਂ ਨੇ ਲੈ ਕੇ ਖਾਣੀ ਹੈ। ਆਪਣੇ ਲੈ ਲਓ ਕਿ ਕਣਕ ਵੀ ਉਹਨਾਂ ਨੇ ਲੈਣੀ ਆ, ਚੌਲ ਵੀ ਲੈਣੇ ਆ, ਸਬਜ਼ੀਆਂ ਵੀ ਲੈਣੀਆਂ ਨੇ, ਹੈ ਨਾ। ਇੱਥੇ ਜੋ ਸਟਾਰਟ ਕੀਤਾ ਸੀਗਾ ਤਾਂ ਅਸੀਂ 5 ਬੰਦੇ ਖੜਦੇ ਸੀਗੇ, ਜਿਸ ਤੋਂ ਭੈਣਾਂ 2 ਭੈਣਾਂ ਤੇ ਹੋਰ 2 ਬਾਈ ਹੋਣੀ ਸੀਗੇ। ਤੇ ਅੱਜ ਦੇਖੋ ਕਿ ਬਈ ਸਰਕਾਰ ਇਹ ਬਿੱਲ ਰੱਦ ਕਰ ਦੇਵੇ ਤੇ ਉਹ ਕਰੇ ਜਾਣ। ਕਿਸਾਨ ਉਹ ਸੜਕਾਂ 'ਤੇ ਹੈ, ਜੇ ਉਹਨਾਂ ਨੂੰ ਆਪਾਂ ਮਾਰਾਂਗੇ ਤਾਂ ਰੋਟੀ ਨਹੀਂ ਖਾਵਾਂਗੇ ਆਪਾਂ। ਅਸੀਂ ਚੌਂਕ 'ਤੇ ਖੜ੍ਹੇ ਹਾਂ, ਦੁਨੀਆ ਜਾਂਦੀ ਆ, ਸਲੂਟ ਮਾਰ ਕੇ ਜਾਂਦੀ ਆ, ਸਾਨੂੰ ਥੰਬਸ ਅਪ ਕਰਕੇ ਜਾਂਦੀ ਆ। ਕਾਰਨ ਕੀ ਆ? ਬੇਸ਼ੱਕ ਸਾਡੇ ਨਾਲ ਨਹੀਂ ਖੜ੍ਹੇ ਪਰ ਹੈ ਖੜ੍ਹੇ ਆ, ਹਾਂਜੀ। ਉਹ ਇਨਡਾਇਰੈਕਟਲੀ ਸਾਡੇ ਨਾਲ ਹੀ ਆ ਜੀ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਚੈਨਲ 5 ਦਰਿਆ ਤੇ ਮੈਂ ਹਾਂ ਮਨੀਸ਼ਾ। ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਤਾਂ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ। ਲੋਕ ਕਿਸਾਨਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ। ਜਿੱਥੇ ਦਿੱਲੀ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਚੱਲ ਰਿਹਾ, ਉੱਥੇ ਹੀ ਮੁਹਾਲੀ ਚੰਡੀਗੜ੍ਹ ਵਿੱਚ ਵੀ ਲੋਕ ਆ ਜਿਹੜੇ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਲਗਾਤਾਰ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਯੂਥ ਆ ਜਿਹੜਾ ਜੈ ਜਵਾਨ ਜੈ ਕਿਸਾਨ ਦੇ ਲਗਾਤਾਰ ਨਾਰੇ ਲਾ ਰਿਹਾ ਤੇ ਕਿਸਾਨਾਂ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰ ਰਿਹਾ। ਇੱਥੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿਸਾਨਾਂ ਆਵਾਜ਼ ਬੁਲੰਦ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਹੌਸਲੇ ਕਿੰਨੇ ਬੁਲੰਦ ਨੇ। ਲਗਾਤਾਰ ਹੱਥ ਦੇ ਵਿੱਚ ਝੰਡੇ ਫੜੇ ਨੇ ਤੇ ਲਹਿਰਾ ਰਹੇ ਨੇ। ਇੱਥੇ ਯੂਥ ਵੀ ਹੈ, ਬਜ਼ੁਰਗ ਵੀ ਨੇ ਤੇ ਛੋਟੇ ਬੱਚੇ ਵੀ ਸ਼ਾਮਿਲ ਨੇ। ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਚੰਡੀਗੜ੍ਹ ਦੀਆਂ ਨੇ, ਜਿੱਥੇ ਕਿ ਇਹ ਸੰਘਰਸ਼ ਰੋਜ਼ ਸ਼ਾਮ ਨੂੰ ਹੁੰਦਾ ਹੈ। ਬਹੁਤ ਸਾਰੇ ਲੋਕ ਖੜੇ ਨੇ। ਤੁਸੀਂ ਦੇਖ ਸਕਦੇ ਹੋ ਕਿ ਫਾਰਮਰਸ ਆਰ ਫੂਡ ਸੋਲੀਡਰਸ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ। ਸੋ ਇੱਥੇ ਕੁਝ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਅਮਰਿੰਦਰ ਕੌਰ। ਇੱਥੋਂ ਹੀ ਹੋ ਤੁਸੀਂ ਜਾਂ ਫਿਰ ਕਿਤੋਂ? 37 ਸੈਕਟਰ ਨੂੰ ਬਿਲੋਂਗ ਕਰਦੀ ਹਾਂ। ਸੋ ਇੱਥੇ ਸੰਘਰਸ਼ ਕਿੰਨੇ ਟਾਈਮ ਤੋਂ ਕਰ ਰਹੇ ਹੋ? ਸਾਨੂੰ ਹੋ ਗਏ 60 ਡੇਜ਼ ਆਲਮੋਸਟ। ਸੋ ਰੋਜ਼ ਆਉਂਦੇ ਹੋ ਤੁਸੀਂ ਇੱਥੇ? ਸੋ ਫੈਮਿਲੀ ਵਿੱਚੋਂ ਕੋਈ ਕਹਿੰਦਾ ਨਹੀਂ ਜਾਣਾ ਰੋਜ਼, ਐਵੇਂ ਔਖਾ ਹੁੰਦਾ ਆ? ਨਹੀਂ ਫੈਮਿਲੀ ਮੈਂ ਖੁਦ ਕੀ ਕਹਿੰਦੇ ਫਾਰਮਰ ਬੈਕਗ੍ਰਾਉਂਡ ਨੂੰ ਬਿਲੋਂਗ ਕਰਦੀ ਹਾਂ, ਤਾਂ ਕੋਈ ਕੁਝ ਕਹਿੰਦਾ ਨਹੀਂ ਹੈ ਇਸ ਤਰ੍ਹਾਂ। ਸੋ ਕੀ ਲੱਗਦਾ ਮੈਮ, ਐਵੇਂ ਸੰਘਰਸ਼ ਕਰ ਰਹੇ ਹੋ 16-17 ਦਿਨ ਹੋ ਗਏ ਨੇ, ਬੱਚੇ ਵੀ ਨੇ ਬਜ਼ੁਰਗ ਵੀ ਨੇ। ਸੋ ਕੀ ਲੱਗਦਾ ਮੋਦੀ ਸਰਕਾਰ ਆ ਜਿਹੜੀ ਕਦੋਂ ਮੰਨੇਗੀ? ਕੇਂਦਰ ਸਰਕਾਰ ਹੈ ਜਿਹੜੀ ਰੱਦ ਬਿੱਲ ਕਦੋਂ ਕਰੇਗੀ? ਪਹਿਲਾਂ ਤਾਂ ਕਹਿੰਦੇ ਸੀਗੇ ਵੀ ਇਦੋਂ ਵਧੀਆ ਕੋਈ ਬਿੱਲ ਹੈ ਨਹੀਂ, ਤੇ ਹੌਲੀ ਹੌਲੀ ਆ ਗਏ ਸੀਗੇ ਆਪਣੇ ਵੀ ਠੀਕ ਹੈ ਨਹੀਂ ਅਸੀਂ ਤੁਹਾਨੂੰ 18 ਮਹੀਨੇ ਵਾਸਤੇ ਅਸੀਂ ਰੱਦ ਕਰ ਦਿੰਦੇ ਹਾਂ। ਹੁਣ ਇਹਨਾਂ ਦਾ ਫਿਰ ਚੇਂਜ ਕਰਤਾ ਇਹਨਾਂ ਨੇ ਆਪਣਾ ਸਟੇਟਮੈਂਟ, ਮੋਦੀ ਸਾਹਿਬ ਨੇ ਕੱਲ੍ਹ, ਹੈ ਨਾ। ਅੱਜ ਵੀ ਉਹ ਲਾਈਵ ਹੋਏ ਸੀ, ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਕਿਸਾਨਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਇੱਕ ਵਾਰ ਬਿੱਲ ਜਿਹੜੇ ਲਾਗੂ ਹੋ ਲੈਣ ਦਿਓ। ਜੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਅਸੀਂ ਉਹਦੇ ਵਿੱਚ ਥੋੜ੍ਹੀ ਜਿਹੀ ਰੈਕਟੀਫਿਕੇਸ਼ਨ ਕਰ ਦਾਂਗੇ। ਕੀ ਲੱਗਦਾ ਕਿ ਇਹ ਜਦੋਂ ਲਾਗੂ ਹੋ ਜਾਣਗੇ ਤੇ ਉਸ ਤੋਂ ਬਾਅਦ ਦੁਬਾਰਾ ਇਕੱਠ ਉੱਥੇ ਫੇਰ ਕਰਨਾ ਪਊਗਾ ਕਿਸਾਨਾਂ ਨੂੰ? ਅਸੀਂ ਵਾਪਸ ਜਾਣਾ ਹੀ ਨਹੀਂ ਅੰਟਿਲ ਐਂਡ ਅਨਲੈਸ ਰਿਪੀਲ ਨਹੀਂ ਹੁੰਦੇ ਲਾਜ਼, ਅਸੀਂ ਵਾਪਸ ਜਾਣਾ ਹੀ ਨਹੀਂ। ਚਾਹੇ ਸਾਨੂੰ ਜਿੰਨਾ ਮਰਜ਼ੀ ਕਹਿਣ ਕਿ ਤੁਸੀਂ ਅਸੀਂ ਤੁਹਾਡੇ ਲਈ ਆਹ ਕਰ ਦਾਂਗੇ, ਅਸੀਂ ਆਹ ਕਰ ਦਾਂਗੇ, ਅਸੀਂ ਵਾਪਸ ਬਾਅਦ 'ਚ ਲੈ ਲਾਂਗੇ, ਤੁਸੀਂ ਇੱਕ ਵਾਰ ਇਹਨੂੰ ਕਰਕੇ ਦੇਖੋ। ਬਾਰ-ਬਾਰ ਸੰਘਰਸ਼ ਸ਼ੁਰੂ ਨਹੀਂ ਹੁੰਦੇ ਹੈਗੇ। ਹੁਣ ਇਸ ਲੈਵਲ 'ਤੇ ਅਸੀਂ ਸੰਘਰਸ਼ ਲੈ ਕੇ ਆਏ ਹਾਂ, ਅਸੀਂ ਮੁੜ ਕੇ ਨਹੀਂ ਲੈ ਕੇ ਜਾਵਾਂਗੇ, ਅਸੀਂ ਜਿੱਤ ਕੇ ਹੀ ਜਾਵਾਂਗੇ। ਬਟ ਇਹ ਸੰਘਰਸ਼ ਜਿਹੜੇ ਲੋਕ ਕਰ ਰਹੇ ਨੇ, ਤੁਸੀਂ ਵੀ ਸੰਘਰਸ਼ ਵਿੱਚ ਸ਼ਾਮਿਲ ਹੋ, ਇਹਨਾਂ ਨੂੰ ਬਾਰ-ਬਾਰ ਕਿਹਾ ਜਾ ਰਿਹਾ ਹੈ ਸ਼ਰਾਰਤੀ ਅੰਸਰਾਂ ਵੱਲੋਂ ਜਾਂ ਫਿਰ ਕੇਂਦਰ ਸਰਕਾਰ ਵੱਲੋਂ ਵੀ ਇਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਤੁਹਾਨੂੰ ਲੱਗਦਾ ਜਾਂ ਤੁਹਾਨੂੰ ਕਿਸੇ ਨੇ ਗੁੰਮਰਾਹ ਕੀਤਾ ਜਾਂ ਇੱਥੇ ਜਿਹੜੇ ਲੋਕ ਖੜੇ ਨੇ ਉਹਨਾਂ ਨੂੰ ਗੁੰਮਰਾਹ ਕਰਕੇ ਇੱਥੇ ਬਿਠਾਇਆ ਜਾ ਰਿਹਾ? ਪਹਿਲੀ ਗੱਲ ਤਾਂ ਗੁੰਮਰਾਹ ਉਹ ਹੁੰਦੇ ਆ ਜਿਨ੍ਹਾਂ ਨੂੰ ਸੋਚ ਵਿੱਚ ਕੁਝ ਹੁੰਦਾ ਨਹੀਂ ਹੈਗਾ। ਇੱਕ ਵਿਜ਼ਨ ਉਹਨੂੰ ਦਿਖਾਇਆ ਜਾਂਦਾ ਜਿਹਦੀ ਸੋਚ ਨਹੀਂ ਹੁੰਦੀ। ਅਸੀਂ ਆਪਣੇ ਵਿਜ਼ਨ ਨਾਲ ਆਪ ਆਏ ਹਾਂ, ਅਸੀਂ ਉਰੇ ਖੜਨਾ ਚਾਹੁੰਦੇ ਸੀ, ਅਸੀਂ ਆ ਕੇ ਉਰੇ ਖੜਨਾ ਸ਼ੁਰੂ ਕੀਤਾ। ਅਸੀਂ ਫਾਰਮਰਸ ਨੇ ਸਪੋਰਟ ਵਿੱਚ ਆਉਂਦੇ ਸੀ, ਅਸੀਂ ਫਾਰਮਰਸ ਦਾ ਸਪੋਰਟ ਕਰ ਰਹੇ ਹਾਂ। ਬਹੁਤ ਲੋਕ ਹੈ ਜਿਹੜੇ ਫਾਰਮਰ ਹੋ ਕੇ ਵੀ ਸਪੋਰਟ ਨਹੀਂ ਕਰ ਰਹੇ ਸਾਨੂੰ, ਉਹਨਾਂ ਦਾ ਆਪਣਾ ਵਿਜ਼ਨ ਹੈ। ਵੀ ਕੈਨੋਟ ਸੇ ਐਨੀਥਿੰਗ ਟੂ ਐਨੀਬਡੀ ਨਾ। ਬਟ ਜਿਵੇਂ ਬਾਲੀਵੁੱਡ ਦੇ ਜਿਹੜੇ ਕਲਾਕਾਰ ਨੇ ਉਹ ਪ੍ਰੋਪਰ ਆਪਣਾ ਸੰਘਰਸ਼ ਕਰ ਰਹੇ ਨੇ, ਉੱਥੇ ਜਾ ਕੇ ਆਵਾਜ਼ ਬੁਲੰਦ ਕਰ ਰਹੇ ਨੇ। ਇੱਥੇ ਵੀ ਜਦੋਂ ਹੁੰਦਾ ਉਹ ਪੋਸੀਬਲ ਹੁੰਦੇ ਆ, ਸੰਘਰਸ਼ ਦੇ ਵਿੱਚ ਹਿੱਸਾ ਲੈਂਦੇ ਨੇ। ਬਟ ਉੱਥੇ ਹੀ ਬਾਲੀਵੁੱਡ ਦੇ ਕਈ ਸਿਤਾਰੇ ਨੇ ਜਿਹੜੇ ਕਿ ਇਸ ਸੰਘਰਸ਼ ਨੂੰ ਖਰਾਬ ਕਰ ਰਹੇ ਨੇ। ਅੱਤਵਾਦੀ, ਵੱਖਵਾਦੀ ਆਪਣੇ ਲੋਕਾਂ ਨੂੰ ਕਿਹਾ ਜਾ ਰਿਹਾ। ਸੋ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹਾਂਗੀ ਤੁਸੀਂ ਆਹ ਬਜ਼ੁਰਗ ਮਾਤਾ ਨੂੰ ਦੇਖ ਸਕਦੇ ਹੋ ਕਿ ਤੁਹਾਨੂੰ ਕਿਸੇ ਐਂਗਲ ਤੋਂ ਅੱਤਵਾਦੀ ਲੱਗ ਰਹੇ ਨੇ ਇਹ। ਮਤਲਬ ਇੱਥੇ ਛੋਟੇ 2-2 ਮਹੀਨੇ ਦੇ ਬੱਚੇ ਆਉਂਦੇ ਆ, ਕਿ ਆਪਾਂ ਉਹਨਾਂ ਨੂੰ ਅੱਤਵਾਦੀ ਕਹਿ ਸਕਦੇ ਹਾਂ? ਨਹੀਂ ਕਹਿ ਸਕਦੇ। ਇਹਨਾਂ ਨੇ ਕਿਹਾ ਆ ਸਾਨੂੰ ਕਹਿ ਸਕਦੇ ਹੋ ਤੁਸੀਂ ਅੱਤਵਾਦੀ, ਪਰ ਕੀ ਤੁਸੀਂ ਉਹ 2 ਸਾਲ ਦੇ ਬੱਚੇ ਨੂੰ ਕਹਿ ਸਕਦੇ ਹੋ ਅੱਤਵਾਦੀ?
ਨਹੀਂ ਕਹਿ ਸਕਦੇ ਨਾ, ਤੇ ਉਹ ਉਹਨਾਂ ਦੀ ਆਪਣੀ ਸੋਚ ਹੈ, ਜੋ ਉਹਨਾਂ ਨੇ ਕਹਿਣਾ ਉਹ ਕਹਿ ਲੈਣ, ਪਰ ਅਸੀਂ ਫਾਰਮਰਸ ਹਾਂ, ਅਸੀਂ ਫਾਰਮਰਸ ਹੀ ਰਵਾਂਗੇ। ਮੈਮ ਇਸ ਪੂਰੇ ਸੰਘਰਸ਼ ਨੂੰ ਦੇਖ ਕੇ ਜੋ ਪਹਿਲਾ ਮੋਟਿਵ ਆ ਜਾਂ ਪਹਿਲਾ ਜ਼ਿਹਨ ਦੇ ਵਿੱਚ ਤੁਹਾਡੇ ਕੀ ਆਉਂਦਾ ਆ ਕਿ ਕਿਉਂ ਸੰਘਰਸ਼ ਕਰ ਰਹੇ ਨੇ, ਜਦ ਕਿ ਕਈਆਂ ਦੀ ਤਾਂ ਜ਼ਮੀਨ ਹੈ ਵੀ ਨਹੀਂ, ਫਿਰ ਵੀ ਉਹ ਕਿਸਾਨਾਂ ਦੇ ਨਾਲ ਖੜੇ ਨੇ, ਉਹਨਾਂ ਨੂੰ ਕੀ ਲੋੜ ਹੈ ਇੱਥੇ ਆ ਕੇ ਖੜਨ ਦੀ? ਮੈਂ ਦਵਾਂ ਇੱਕ, ਜ਼ਮੀਰ ਹੋਣਾ ਜ਼ਰੂਰੀ ਹੈ, ਜ਼ਮੀਨ ਹੋਣੀ ਜ਼ਰੂਰੀ ਨਹੀਂ ਹੈਗੀ। ਜੇ ਜ਼ਮੀਰ ਹੈ ਤਾਂ ਉਹ ਬੰਦੇ ਆਣੇ ਇੱਥੇ ਆਏ ਹੋਏ, ਜ਼ਮੀਨ ਜਿਨ੍ਹਾਂ ਕੋਲ ਹੈਗੀ ਹੈ ਚਾਹੇ ਨਹੀਂ ਹੈਗੀ, ਜਿਹਦੇ ਕੋਲ ਜ਼ਮੀਨ ਹੈ ਨਾ ਜੀ ਉਹਨੇ ਤਾਂ ਫੇਰ ਵੀ ਰੋਟੀ ਖਾ ਲੈਣੀ ਹੈ, ਠੀਕ ਹੈ। ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ ਉਹਨਾਂ ਨੇ ਲੈ ਕੇ ਖਾਣੀ ਆ, ਆਪਣੇ ਲਾ ਲਓ ਕਿ ਕਣਕ ਵੀ ਉਹਨਾਂ ਨੇ ਲੈਣੀ ਆ, ਚੌਲ ਵੀ ਲੈਣੇ ਆ, ਸਬਜ਼ੀਆਂ ਵੀ ਲੈਣੀਆਂ ਨੇ, ਹਨਾ। ਕਿਸਾਨ ਤਾਂ ਆਪ ਪ੍ਰੋਡਕਸ਼ਨ ਕਰਦਾ, ਉਹਨੇ ਆਪਣੇ ਜੋਗੀ ਤਾਂ ਫੇਰ ਵੀ ਉਗਾ ਕੇ ਖਾ ਹੀ ਲੈਣੀ ਆ, ਠੀਕ ਹੈ। ਇਹਨਾਂ ਨੂੰ ਜ਼ਿਆਦਾ ਪ੍ਰੋਬਲਮ ਆਣੀ, ਕਿਉਂਕਿ ਐਸੈਂਸ਼ੀਅਲ ਵਾਲਾ ਜਿਹੜਾ ਬਿੱਲ ਹੈ ਉਹ ਸਭ ਤੋਂ ਜ਼ਿਆਦਾ ਘਾਤਕ ਇਹਨਾਂ ਲੋਕਾਂ ਲਈ ਹੈ, ਫਾਰਮਰਸ ਲਈ ਨਹੀਂ ਹੈਗੀ। ਕੰਜ਼ਿਊਮਰਸ ਨੂੰ ਜ਼ਿਆਦਾ ਪ੍ਰੋਬਲਮ ਆਊਗੀ। ਅਸੀਂ ਤਾਂ ਦੇਖੋ ਜੀ ਗੋਭੀ ਲਾਈ, ਜੇ ਅਸੀਂ 10 ਪੀਸ ਕੱਢ ਕੇ ਆਪ ਬਣਾ ਕੇ ਖਾ ਵੀ ਲੇ, ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਉਣੀ ਨਾ। ਅਸੀਂ ਭੁੱਖੇ ਨਹੀਂ ਮਰਾਂਗੇ, ਪਰ ਕੰਜ਼ਿਊਮਰ ਭੁੱਖੇ ਵੀ ਮਰ ਜਾਣਗੇ। ਇਹ ਚੀਜ਼ ਹੈ ਜੀ। ਜ਼ਮੀਰਾਂ ਦੀ ਗੱਲ ਕੀਤੀ ਆ, ਉੱਥੇ ਹੀ ਕਈ ਕਲਾਕਾਰ ਨੇ ਬਾਲੀਵੁੱਡ ਦੇ ਕਿ ਉਹਨਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਨੇ, ਫਿਰ ਇਸ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਰਹੇ ਨੇ। ਤੁਸੀਂ ਉਹਨਾਂ ਦੇ ਇੰਸਟਾ ਤੇ ਜਾਂ ਟਵਿੱਟਰ ਤੇ ਜਿਹੜੇ ਉਹਨਾਂ ਨੇ ਪੋਸਟ ਪਾਈ ਆ ਤੁਸੀਂ ਪੜ੍ਹੀ ਆ, ਕਾਪੀ ਪੇਸਟ ਆ, ਠੀਕ ਹੈ। ਉਹਨਾਂ ਨੇ ਆਪ ਨਹੀਂ ਲਿਖੀ ਹੋਈ। ਹੱਥ ਬੰਨੇ ਹੋਏ ਨੇ, ਉਹ ਵੀ ਕੁਝ ਕਰ ਨਹੀਂ ਸਕਦੇ, ਉਹਨਾਂ ਦੇ ਵੀ ਹੱਥ ਬੰਨੇ ਹੋਏ ਨੇ, ਉਹ ਕਰਨਾ ਚਾਹੁੰਦੇ ਨੇ ਪਰ ਉਹਨਾਂ ਦੇ ਹੱਥ ਬੰਨੇ ਹੋਏ ਨੇ, ਆਪਾਂ ਕੁਝ ਨਹੀਂ ਉਹਨਾਂ ਨੂੰ ਕਹਿ ਸਕਦੇ। ਤੁਹਾਨੂੰ ਹੁਣ ਪਤਾ ਕਿ ਬਈ ਕਮਾਣਾ ਚਾਹੁੰਦਾ ਹੈ ਨਾ ਤਾਂ ਰੋਟੀ ਤੇ ਲੱਤ ਨਹੀਂ ਕੋਈ ਮਾਰ ਸਕਦਾ। ਤੁਹਾਨੂੰ ਪਤਾ ਕਿ ਹਿੰਮਤ ਸੰਧੂ ਤੇ ਕਨਵਰ ਗਰੇਵਾਲ ਦੇ ਜਿਹੜੇ ਕਿਸਾਨੀ ਵਾਲੇ ਗਾਣੇ ਸੀਗੇ ਸਾਰੇ ਡਿਲੀਟ ਕਰ ਦਿੱਤੇ ਗਏ ਨੇ। ਇਹ ਜਿਹੜੀਆਂ ਚਾਲਾਂ ਨੇ ਸਰਕਾਰਾਂ ਚੱਲਦੀਆਂ ਨੇ, ਹੁਣ BCCI ਦੇ ਜਿੰਨੇ ਪਲੇਅਰ ਸੀਗੇ ਉਹਨਾਂ ਸਾਰੇ ਵੱਲੋਂ ਕਾਪੀ ਪੇਸਟ ਕਰਕੇ ਟਵੀਟ ਕੀਤਾ ਗਿਆ। ਇੱਕ ਅੱਖਰ ਦਾ ਵੀ ਫਰਕ ਨਹੀਂ ਹੈਗਾ, ਕਹਿੰਦੇ ਚੀਟਿੰਗ ਵੀ ਅਕਲ ਨਾਲ ਹੁੰਦੀ ਆ ਤੇ ਨਕਲ ਵੀ ਮਾਰਨੀ, ਉਹਦੇ ਲਈ ਵੀ ਅਕਲ ਚਾਹੀਦੀ ਆ। ਇਹਨਾਂ ਤਾਂ ਕਾਪੀ ਪੇਸਟ ਕੀਤਾ। ਔਰ ਰਿਆਨਾ ਨੂੰ ਕਹਿੰਦੇ ਨੇ ਕਿ ਵੀ ਜੀ ਉਹਨਾਂ ਨੇ 100 ਕਰੋੜ, ਕੰਗਨਾ ਜੀ ਕਹਿੰਦੇ 100 ਕਰੋੜ ਲੈ ਲਿਆ ਹੋਊਗਾ। ਪਹਿਲੀ ਗੱਲ ਕਿ ਰਿਆਨਾ ਨੂੰ 100 ਕਰੋੜ ਦੇ ਕੇ ਵੀ ਉਹਦਾ ਸ਼ੋਅ ਉਸ ਤੋਂ ਜ਼ਿਆਦਾ ਤਾਂ ਉਹ ਇੱਕ ਆਪਣੇ ਸ਼ੋਅ ਦਾ ਲੈ ਲੈਂਦੀ ਆ, ਠੀਕ ਹੈ ਜੀ। ਤੇ ਹੁਣ ਹੋਰ ਕਿੰਨੇ ਆਰਟਿਸਟ ਆ ਗਏ, ਇੰਨਾ ਪੰਜਾਬੀ ਮਤਲਬ ਸਾਡੇ ਕਿਸਾਨਾਂ ਕੋਲ ਬਈ ਇੰਨਾ ਪੈਸਾ ਨਹੀਂ ਹੈਗਾ ਕਿ ਵੀ ਇੰਟਰਨੈਸ਼ਨਲ ਇੰਨੇ ਪਲੇਅਰਾਂ ਨੂੰ, ਇੰਨੇ ਆਰਟਿਸਟਾਂ ਨੂੰ ਅਸੀਂ ਪੈਸੇ ਦੇ ਕੇ ਕਿ ਅਸੀਂ ਟਵੀਟ ਕਰਾਈਏ, ਠੀਕ ਹੈ। ਸਾਡਾ ਸੰਘਰਸ਼ ਸ਼ਾਂਤੀਪੂਰਵਕ ਇਹ ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਜਿਹੜੀਆਂ ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ, ਸੰਘਰਸ਼ ਨੂੰ ਲਗਾਤਾਰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਘਰਸ਼ ਨਹੀਂ ਟੁੱਟੂਗਾ, ਸੰਘਰਸ਼ ਐਦਾਂ ਹੀ ਚੱਲਦਾ ਰਹੂਗਾ। ਇੱਥੇ ਜੋ ਸਟਾਰਟ ਕੀਤਾ ਸੀਗਾ ਤਾਂ ਅਸੀਂ 5 ਬੰਦੇ ਖੜਦੇ ਸੀਗੇ, ਜਿਸ ਤੋਂ ਭੈਣਾਂ 2 ਭੈਣਾਂ ਤੇ ਹੋਰ 2 ਬਾਈ ਹੋਣੀ ਸੀਗੇ, ਤੇ ਅੱਜ ਦੇਖੋ ਕਿ ਬਈ ਹੌਲੀ ਹੌਲੀ ਕਰਦੇ ਹਰੇਕ ਚੌਂਕ ਤੇ ਆ ਗਏ ਨੇ ਲੋਕੀ, ਸ਼ਹਿਰਾਂ 'ਚ ਆ ਗਏ। ਪਹਿਲਾਂ ਕਹਿੰਦੇ ਸੀਗੇ ਕਿ ਪਿੰਡਾਂ ਵਾਲਿਆਂ ਦੀ ਲੜਾਈ ਆ, ਹੁਣ ਇਹ ਸ਼ਹਿਰਾਂ ਵਾਲਿਆਂ ਦੀ ਵੀ ਲੜਾਈ ਆ। ਇਹ ਹਰੇਕ ਹਿੰਦੁਸਤਾਨ ਦੇ ਹਿੰਦੁਸਤਾਨੀ ਭਾਰਤ, ਹਰੇਕ ਭਾਰਤ ਦੇ ਹਰੇਕ ਨਾਗਰਿਕ ਦੀ ਲੜਾਈ ਆ ਇਹ ਕਿਸੇ ਦੇਖੋ ਨਾ ਤੇ ਕੋਈ ਪੋਲੀਟੀਕਲੀ ਕੋਈ ਸਾਨੂੰ ਫੰਡਿੰਗ ਹੈਗੀ ਆ ਕਿਸੇ ਨੂੰ ਵੀ, ਜਿਹੜੇ ਲੋਕੀ ਕਹਿ ਦਿੰਦੇ ਨੇ ਹਨਾ ਚਾਹ ਦੀ ਸੇਵਾ ਕੋਈ ਆਪਣੇ ਆਪ ਲੈ ਆਉਂਦਾ, ਸਾਨੂੰ ਨਹੀਂ ਪਤਾ ਕਿੱਥੋਂ ਸੇਵਾਵਾਂ ਆ ਰਹੀਆਂ ਨੇ ਭੈਣ, ਹੁਣ ਸਾਨੂੰ ਕਿਸੇ ਨੂੰ ਨਹੀਂ ਪਤਾ ਹੈਗਾ। ਸਾਰਾ ਕੁਝ ਇੱਥੇ ਦੇਖੋ ਆਪਣੇ ਆਪ ਹੋ ਰਿਹਾ। ਤੁਹਾਨੂੰ ਇੱਥੇ ਕੋਈ ਲੱਗਦਾ ਕਿ ਬਈ ਚੰਡੀਗੜ੍ਹ ਇੱਕ ਐਜੂਕੇਟਿਡ ਸਿਟੀ ਆ ਕਿ ਵੀ ਜਿੱਥੇ ਹਰੇਕ ਬੰਦਾ ਪੜ੍ਹਿਆ ਲਿਖਿਆ ਤੇ ਜ਼ਿਆਦਾਤਰ ਸਰਕਾਰੀ ਲੋਕ ਜੌਬਸ ਆਏ ਲੋਕ ਲੈਂਦੇ ਰਹਿੰਦੇ ਨੇ, ਪਰ ਇੱਥੇ ਫੇਰ ਵੀ ਦੇਖੋ ਇਕੱਠ ਹੁੰਦਾ ਵਾ। ਸ਼ਾਮ ਨੂੰ ਆ ਕੇ ਸਮਾਂ ਕੰਮਾਂ ਕਾਰਾਂ ਤੋਂ ਆ ਕੇ ਟਾਈਮ ਜ਼ਰੂਰ ਕਰਦੇ ਨੇ ਕਿ ਅਸੀਂ ਸੰਘਰਸ਼ ਵਿੱਚ ਹਾਜ਼ਰੀ ਜ਼ਰੂਰ ਲਗਵਾ ਕੇ ਜਾਈਏ। ਇਵਨ ਇੱਕ ਹੈਸ਼ਟੈਗ ਵੀ ਨਾ ਜੇ ਕੋਈ ਪਾ ਦਿੰਦਾ ਉਹਦਾ ਵੀ ਓਡਾ ਹੀ ਵੱਡਾ ਹੱਥ ਹੈ ਸੰਘਰਸ਼, ਜਿੰਨਾ ਉਰੇ ਖੜ ਕੇ ਜਾਂ ਦਿੱਲੀ ਪਹੁੰਚ ਕੇ ਆ। ਈਵਨ ਹੈਸ਼ਟੈਗ ਦਿੱਲੀ ਬੈਠੇ ਨੇ ਲੋਕ, ਜਿਵੇਂ ਫੰਡਿੰਗ ਦੀ ਗੱਲ ਕੀਤੀ ਹੈ ਨਾ, ਇੱਥੇ ਚਾਹ ਦਾ ਨਹੀਂ ਪਤਾ ਲੱਗਦਾ, ਉੱਥੇ ਬੇਸ਼ੁਮਾਰ ਜਿਹੜੇ ਲੰਗਰ ਲੱਗੇ ਨੇ, ਬਟ ਉਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਬਾਹਰੋਂ ਫੰਡਿੰਗ ਆ ਰਹੀ ਹੈ। ਇੱਦਾਂ ਤਰ੍ਹਾਂ ਦੇ ਸਵਾਲ ਹੈ ਜਿਹੜੇ ਚੁੱਕੇ ਜਾ ਰਹੇ ਨੇ, ਉਹ ਵੀ ਇੱਕ ਲੰਗਰ ਤੇ। ਦੇਖੋ ਜੀ ਪੰਜਾਬ ਦੇ ਵਿੱਚੋਂ ਹਰੇਕ ਘਰ ਚੋਂ ਇੱਕ ਮੁੰਡਾ ਜਾਂ ਇੱਕ ਕੁੜੀ ਬਾਹਰ ਗਈ ਹੋਈ ਆ, ਠੀਕ ਹੈ ਜੀ। ਉਹ ਕਿਵੇਂ ਗਏ ਨੇ, ਜਦੋਂ ਜ਼ਮੀਨ ਹੁੰਦੀ ਸੀਗੀ ਜ਼ਮੀਨ ਦੇ ਸਿਰ ਤੇ ਆਪਾਂ ਲੋਨ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਆ, ਤੇ ਉਹ ਜੇ ਉਧਰ ਬਾਹਰ ਚਲੇ ਗਏ ਪਰ ਹੈ ਤਾਂ ਸਾਡੇ ਹੀ ਹੈ ਨਾ, ਵੀ ਮੇਰਾ ਭਰਾ ਗਿਆ ਹੋਇਆ ਕੋਈ, ਠੀਕ ਹੈ। ਤੇ ਜੇ ਉਹਦੇ ਮੈਨੂੰ ਇੱਥੇ ਕੋਈ ਪ੍ਰੋਬਲਮ ਹੋਊਗੀ ਤਾਂ ਉਹ ਮੇਰੇ ਨਾਲ ਖੜੂਗਾ ਬਾਈ 10 ਕਿੰਨੇ ਪੈਸੇ ਚਾਹੀਦੇ ਮੈਂ ਭੇਜਦਾ। ਇਹ ਚੀਜ਼ ਹੈ ਜੀ, ਇਹ ਕੋਈ ਫੰਡਿੰਗ ਐ ਨਹੀਂ ਹੋ ਰਹੀ ਹੈਗੀ। ਹੁਣ ਅਸੀਂ ਵੀ ਇੱਥੋਂ ਵੀ ਰੈਗੂਲਰ ਹਰ ਵੀਕ ਜਾਂ 2 ਵੀਕਸ ਬਾਅਦ ਇੱਕ ਵਾਰੀ ਅਸੀਂ ਜਾਂਦੇ ਹਾਂ ਦਿੱਲੀ ਮੈਡੀਸਨ ਸੇਵਾ ਲੈ ਕੇ 36-37 ਤੋਂ ਆਪਣੇ ਆਪ ਲੋਕੀ ਦੇ ਕੇ ਜਾਂਦੇ ਆ। ਅਸੀਂ ਮੈਡੀਸਨ ਦੱਸ ਦਿੰਦੇ ਆਹ ਚਾਹੀਦੀਆਂ, ਲੋਕੀ ਆਉਂਦੇ ਆ ਆਪ ਫੜਾ ਕੇ ਜਾਂਦੇ ਆ, ਇੱਥੋਂ ਅਸੀਂ ਲੈ ਕੇ ਜਾਂਦੇ ਆ। ਸਾਡੀ ਪੂਰੀ ਇੱਥੋਂ ਦੀ 10 ਜਾਂ 12 ਬੰਦੇ ਦੀ ਟੀਮ ਜਾਂਦੀ ਆ। ਸ਼ਾਇਦ ਉਹਨਾਂ ਨੂੰ ਪੰਜਾਬ ਦੀ ਮਨ ਕਿ ਜੁਝਾਰੂ ਜਿਹੜੀ ਇਹ ਜੁਝਾਰ ਪਤਾ ਨਹੀਂ ਹੈਗਾ ਕਿ ਗੁਰੂ ਦੀ ਆ ਜਿਹੜੀ ਇਹ ਲੋਕ ਨੇ ਜਿਹੜੇ ਖੜੇ ਨੇ ਸੇਵਾ ਕਰ ਰਹੇ ਨੇ, ਸੀਸ ਕਟਵਾਉਣ ਲਈ ਵੀ ਪਹਿਲਾਂ ਖੜੇ ਹੋ ਜਾਂਦੇ ਨੇ ਬਾਕੀਆਂ ਤੋਂ। ਇਹ ਹੈ ਨਾ, ਇਹ 20 ਰੁਪਏ ਦੀ ਇਨਵੈਸਟਮੈਂਟ ਹੈ ਜਿਹੜੀ ਅੱਜ ਆਪਾਂ ਦੇਖ ਰਹੇ ਹਾਂ ਨਾ, ਇਹ ਸਿਰਫ 20 ਰੁਪਏ ਦੀ ਇਨਵੈਸਟਮੈਂਟ ਹੈ। ਮੈਮ ਇਹਦਾ ਇੱਕ ਲੰਗਰ ਆ ਇਹ। ਅੱਜ ਉੱਤਰਾਖੰਡ ਦੇ ਵਿੱਚ ਬਾੜ ਆਈ ਆ,
ਖਾਲਸਾ ਏਡ ਅੱਜ ਵੀ ਚਲੇਗੀ ਆ ਠੀਕ ਹੈ, ਅੱਜ ਪਹੁੰਚ ਗਈ ਆ ਖਾਲਸਾ ਏਡ ਉੱਥੇ। ਅੱਜ ਉੱਤਰਾਖੰਡ 'ਚ ਕੱਲ ਆਈ ਆਈ ਥਿੰਕ ਸੋ ਬਾੜ, ਤੇ ਅੱਜ ਉੱਥੇ ਆਪਣੇ ਖਾਲਸਾ ਏਡ ਵਾਲੇ ਸੇਵਾ ਕਰਨ ਚਲੇ ਗਏ। ਜਦੋਂ ਕਰੋਨਾ ਆਇਆ ਸੀਗਾ ਖਾਲਸਾ ਏਡ ਨੇ ਕਿੰਨੀ ਸੇਵਾ ਕੀਤੀ ਸਾਰਿਆਂ ਨੂੰ ਪਤਾ। ਤਦ ਇਹ ਕਹਿੰਦੇ ਸੀ ਕਿ ਜਿੱਥੇ ਖਾਲਸੇ ਦਾ ਨਿਸ਼ਾਨ ਦਿਖਦਾ ਜੀ ਉੱਥੇ ਲੰਗਰ ਜ਼ਰੂਰ ਮਿਲੂਗਾ ਭੁੱਖਿਆਂ ਨੂੰ। ਤੇ ਅੱਜ ਉਹੀ ਖਾਲਿਸਤਾਨੀ ਕਹਿ ਕੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਖਾਲਿਸਤਾਨੀ ਹੋ ਗਏ। ਬਿਲਕੁਲ। ਕਿਆ ਇਹਨਾਂ ਨੂੰ ਹਜੇ ਤੱਕ ਨਹੀਂ ਪਤਾ ਲੱਗਾ ਕਿ ਹਿੰਦੁਸਤਾਨ ਦੇ ਵਿੱਚ ਇੱਕ ਖਾਲਸਾ ਇੱਕ ਧਰਮ ਆ, ਧਰਮ ਹੈ ਇਹ, ਕੋਈ ਖਾਲਿਸਤਾਨ ਨਹੀਂ ਹੈਗਾ, ਖਾਲਸਾ ਇੱਕ ਧਰਮ ਆ। ਜਿਵੇਂ ਕਿ ਹਿੰਦੂਆਂ ਦਾ ਪਾਤਾਂ ਵਿੱਚ ਵੰਡਣ ਦਾ ਉਹਨਾਂ ਦਾ ਸ਼ੁਰੂ ਤੋਂ ਹੀ ਕੰਮ ਹੈ, ਹੁਣ ਵੀ ਉਹੀ ਜਾਰੀ ਹੈ ਲਗਾਤਾਰ। ਜਦੋਂ ਵੀ ਇਹ ਬਣਾਉਂਦੇ ਨੇ ਮੰਦਿਰ ਗੁਰਦੁਆਰੇ ਪਿੱਛੇ ਲੜਾਉਂਦੇ ਨੇ। ਕਦੀ ਇਹਨਾਂ ਸਕੂਲ ਦੀ ਤੁਸੀਂ ਸੋਚਿਆ ਕਿ ਕੋਈ ਸਕੂਲ ਬਣਾਇਆ ਹੋਵੇ, ਹਸਪੀਟਲ ਦੇ ਪਿੱਛੇ ਲੜਾਈ ਹੋਵੇ। ਹੁਣ ਵੀ ਜੇ ਦੇਖੋਗੇ ਤਾਂ ਇਹਨਾਂ ਪਿੱਛੇ ਲੜਾਉਂਦੇ ਨੇ ਸਾਨੂੰ। ਬਿਲਕੁਲ ਬਿਲਕੁਲ। ਸੋ ਸਾਡੇ ਨਾਲ ਬਹੁਤ ਸਾਰੇ ਇੱਥੇ ਲੋਕ ਨੇ ਜਿਹੜੇ ਲਗਾਤਾਰ ਕਿਸਾਨੀ ਲਈ ਸੰਘਰਸ਼ ਕਰ ਰਹੇ ਨੇ। ਇੱਕ ਤੁਸੀਂ ਦੇਖ ਸਕਦੇ ਹੋ ਕਿ ਸਪੋਰਟ ਫਾਰਮਰਸ ਸੇਵ ਯੂਅਰਸੈਲਫ, ਇਹ ਬੱਚੀ ਹੈ ਇੱਥੇ ਲੈ ਕੇ ਇਹ ਜਿਹੜਾ ਕੋਟ ਲਿਖਿਆ ਹੋਇਆ ਇਹਦੇ ਤੇ ਖੜੀ ਹੈ। ਸੋ ਇਹਨਾਂ ਨੂੰ ਵੀ ਪੁੱਛਦੇ ਆ ਕੀ ਨਾਮ ਹੈ ਤੁਹਾਡਾ? ਗੁਰਲੀਨ ਕੌਰ। ਗੁਰਲੀਨ ਕੌਰ। ਸੋ ਤੁਸੀਂ ਚੰਡੀਗੜ੍ਹ ਹੀ ਰਹਿੰਦੇ ਹੋ? ਹਾਂਜੀ, ਸੋ ਇੱਥੇ ਕਿਉਂ ਆਏ ਹੋ? ਕਿਉਂਕਿ ਫਾਰਮਰਸ ਦੇ ਜਿਹੜੇ ਬਿੱਲ ਹੈ ਉਹ ਪਾਸ ਨਹੀਂ ਕਰੇ ਜਾ ਰਹੇ, ਉਹਨਾਂ ਲਈ ਅਸੀਂ ਇੱਥੇ ਖੜਦੇ ਹਾਂ। ਤੁਹਾਨੂੰ ਕੀ ਲੱਗਦਾ ਕਿ ਸਰਕਾਰ ਰੱਦ ਕਰ ਦੇਵੇਗੀ ਬਿੱਲ ਇਸ ਤਰ੍ਹਾਂ ਇੱਥੇ ਖੜਨ ਦੇ ਨਾਲ? ਮੈਨੂੰ ਤਾਂ ਨਹੀਂ ਲੱਗਦਾ। ਸੋ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕਿ ਉਹ ਬਿੱਲ ਆ ਜਿਹੜੇ ਰੱਦ ਕਰ ਦੇਵੇ ਸੋ ਕਿਸਾਨ ਸਹੀ ਸਲਾਮਤ ਆਪਣੇ ਘਰ ਜਾਣ? ਹਾਂਜੀ, ਕਿ ਸਰਕਾਰ ਇਹ ਬਿੱਲ ਰੱਦ ਕਰ ਦੇਵੇ ਤੇ ਉਹ ਕਰੇ ਜਾਣ। ਕਿਸਾਨ ਉਹ ਸੜਕਾਂ ਤੇ ਹੈ, ਜੇ ਉਹਨਾਂ ਨੂੰ ਆਪਾਂ ਮਾਰਾਂਗੇ ਤਾਂ ਰੋਟੀ ਨਹੀਂ ਖਾਵਾਂਗੇ ਆਪਾਂ। ਸੋ ਤੁਸੀਂ ਦੇਖ ਸਕਦੇ ਹੋ ਕਿ ਛੋਟੀ ਬੱਚੀ ਦਾ ਹੌਸਲਾ ਕਿੰਨਾ ਬੁਲੰਦ ਹੈ, ਜਜ਼ਬਾ ਹੈ ਇਸ ਦੇ ਵਿੱਚ ਇੱਥੇ ਖੜੇ ਹੋਣ ਦਾ। ਸੋ ਇਸ ਸਮੇਂ ਸਾਡੇ ਨਾਲ ਇੱਕ ਅੰਕਲ ਜੀ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਹਰਜੀਤ ਸਿੰਘ ਜੀ। ਚੰਡੀਗੜ੍ਹ ਤੋਂ ਹੀ ਹੋ? ਹਾਂਜੀ, ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਸੰਘਰਸ਼ ਕਰਦਿਆਂ ਨੂੰ? ਸਾਨੂੰ ਹਫਤਾ ਹੋ ਗਿਆ ਜੀ ਇੱਥੇ। ਹਫ਼ਤਾ ਹੋ ਗਿਆ। ਹਾਂਜੀ। ਸੋ ਇਹ ਗੁਰੂ ਦੀਆਂ ਫੌਜਾਂ ਨੇ, ਜੁਝਾਰੂ ਬੱਚੇ ਨੇ, ਸੰਘਰਸ਼ ਲੜ ਰਹੇ ਨੇ, ਬਟ ਇਹਨਾਂ ਤੇ ਤੌਹਮਤਾਂ ਲੱਗਦੀਆਂ ਨੇ। ਯੂਥ ਨੂੰ ਕਿਹਾ ਜਾਂਦਾ ਨਸ਼ੇੜੀ ਆ, ਅੱਤਵਾਦੀ ਆ, ਖਾਲਿਸਤਾਨੀ ਕਹਿ ਕੇ ਜਿਹੜਾ ਆਪਾਂ ਲੋਕਾਂ ਨੂੰ ਸੰਬੋਧਨ ਕੀਤਾ ਜਾਂਦਾ ਹੈ। ਸੋ ਇਹੋ ਜਿਹੇ ਲੋਕਾਂ ਨੂੰ ਤੁਸੀਂ ਕੀ ਜਵਾਬ ਦੇਣਾ ਚਾਹੋਗੇ? ਇਹ ਜੇ ਜਵਾਬ ਲੋਕਾਂ ਨੂੰ ਦੇਵਾਂਗੇ ਵੀ ਦੇਖੋ ਜਿਹੜੀ ਵੀ ਚੀਜ਼ ਆ ਸਭ ਦੇ ਸਾਹਮਣੇ ਆ ਜਾਂਦੀ ਹੁੰਦੀ ਆ। ਤੁਸੀਂ ਪਿੱਠ ਪਿੱਛੇ ਜੋ ਮਰਜ਼ੀ ਕਿਸੇ ਨੂੰ ਕਹੀ ਜਾਓ, ਪਰ ਜਦੋਂ ਸਾਹਮਣੇ ਆ ਜਾਂਦੀ ਹੈ ਨਾ ਤਾਂ ਸੱਚਾਈ ਸਾਰੇ ਲੋਕ ਜਾਣ ਜਾਂਦੇ ਆ। ਇਹ ਗਵਰਨਮੈਂਟ ਨੂੰ ਗਲਤ ਫਹਿਮੀ ਆ ਵੀ ਇਹ ਜਿਹੜੇ ਸੇਵਾ ਕਰਦੇ ਆ ਅਸੀਂ ਇਹਨਾਂ ਨੂੰ ਤੋੜ ਮਰੋੜ ਕੇ ਇਹਨਾਂ ਨੂੰ ਫੁੱਟ ਪਾ ਕੇ ਤੇ ਅਸੀਂ ਆਪਣਾ ਜੋ ਹੈ ਕਾਨੂੰਨ ਇੱਥੇ ਲਾਗੂ ਕਰ ਦੇਵਾਂਗੇ, ਪਰ ਇਹ ਹੋ ਨਹੀਂ ਸਕਦਾ। ਕਿਉਂਕਿ ਦੁਨੀਆ ਜਿਹੜੀ ਆ ਅੰਦਰੋਂ ਅੰਦਰੀ ਬੇਸ਼ੱਕ ਕੋਈ ਨਹੀਂ ਵੀ ਜ਼ਮੀਨ ਵਾਲਾ ਹੈਗਾ, ਉਹ ਪੜ੍ਹਿਆ ਲਿਖਿਆ ਤਾਂ ਹੈ, ਉਹਨੂੰ ਕਾਨੂੰਨ ਦੀਆਂ ਬਰੀਕੀਆਂ ਦਾ ਪਤਾ ਵੀ ਇਹਦੇ ਵਿੱਚ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੀ ਮੁਸ਼ਕਲਾਂ ਪੇਸ਼ ਆਉਣਗੀਆਂ। ਠੀਕ ਆ ਜੀ, ਉਹ ਇਸੇ ਕਰਕੇ ਹਰ ਬੰਦਾ ਕਿਸਾਨਾਂ ਦੇ ਨਾਲ ਖੜਾ ਹੈ, ਜਿਨ੍ਹਾਂ ਵਿੱਚੋਂ ਅਸੀਂ ਵੀ ਹਾਂ। ਸਾਡੀ ਜ਼ਮੀਨ ਬੇਸ਼ੱਕ ਨਹੀਂ ਹੈਗੀ ਪਰ ਸਾਡਾ ਜ਼ਮੀਰ ਜਿੰਦਾ ਹੈ। ਠੀਕ ਆ ਜੀ। ਲੱਗਦਾ ਕਹਿੰਦੇ ਨੇ ਜ਼ਮੀਰਾਂ ਵਾਲੇ ਬੈਠੇ ਨੇ ਉੱਥੇ। ਦਿੱਲੀ ਦੀ ਗੱਲ ਕਰੀ ਉੱਥੇ ਵੀ ਬਹੁਤ ਸਾਰੇ ਲੋਕ ਬੈਠੇ ਨੇ, ਕਰੋੜਾਂ ਦੀ ਗਿਣਤੀ ਵਿੱਚ ਬੈਠੇ ਨੇ। ਕਿਹਾ ਜਾ ਰਿਹਾ ਕਿ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਲੱਗਦਾ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਗੁੰਮਰਾਹ ਕੀਤਾ ਜਾ ਰਿਹਾ। ਕਰਨ ਵਾਲੇ ਕੌਣ ਜੰਮਿਆ? ਅਸੀਂ ਲੋਕਾਂ ਨੂੰ ਸਿੱਧੇ ਰਸਤੇ ਪਾਉਣੇ ਵਾਲੇ ਆ। ਸਾਡੀ ਕੌਮ ਹੀ ਇਹ ਹੈ, ਗੁਰੂ ਸਾਹਿਬ ਨੇ ਸਾਡੀ ਰਸਤਾ ਹੀ ਇਹ ਦਿਖਾਇਆ ਹੈ ਵੀ ਸੇਵਾ ਕਰੋ, ਨਾਮ ਜਪੋ, ਵੰਡ ਛਕੋ। ਹਾਂਜੀ, ਤੇ ਉਸੇ ਰਾਹ ਤੇ ਅਸੀਂ ਤੁਰੇ ਆ। ਇੱਕ ਜਣਾ ਚੱਲਦਾ ਦੂਸਰੇ ਨੂੰ ਸਮਝ ਆਉਂਦੀ, ਆਪਣੇ ਆਪ ਹੀ ਭਾਈ ਇਹ ਰਾਹ ਸਿੱਧਾ ਆ, ਉਧਰ ਨੂੰ ਚੱਲੀ ਜਾਂਦੇ ਲੋਕ। ਜਿਹੜਾ ਸਰਕਾਰ ਦਾ ਅੜੀਅਲ ਰਵੱਈਆ ਲਗਾਤਾਰ ਜਾਰੀ ਹੈ, ਮੀਟਿੰਗਾਂ ਹੋ ਰਹੀਆਂ ਨੇ, ਬਟ ਇਸ ਵਿੱਚ ਕੋਈ ਵੀ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ। ਸੋ ਕੇਂਦਰ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਉਹ ਜਿਹੜੇ ਇਹ ਕਾਲੇ ਕਾਨੂੰਨ ਰੱਦ ਕਰ ਦੇਵੇ? ਦੇਖੋ, ਸਰਕਾਰ ਨੂੰ ਹਾਲੇ ਤੱਕ ਗਲਤ ਫਹਿਮੀ ਹੈ ਵੀ ਜਿੰਨਾ ਵੀ ਸਰਕਾਰੀ ਅਦਾਰਾ, ਜਿੰਨੇ ਸਰਕਾਰੀ ਨੌਕਰੀ ਵਾਲੇ ਬੰਦੇ ਆ, ਉਹ ਸਾਡੇ ਬਾਉਂਡਡ ਆ। ਅਸੀਂ ਉਹਨਾਂ ਨੂੰ ਜੋ ਕਹਾਂਗੇ ਉਹ ਕਰਨਾ। ਉਹਦੇ ਵਿੱਚੋਂ ਪੁਲਿਸ ਵੀ ਆ, ਮਿਲਟਰੀ ਵੀ ਆ। ਪਰ ਜਦੋਂ ਉਹ ਗਵਰਨਮੈਂਟ ਦੀ ਇਹ ਚਲਾਕੀ ਸਮਝ ਜਾਣਗੇ ਤੇ ਇੱਥੇ ਬਹੁਤ ਵੱਡਾ ਵਿਦਰੋਹ ਹੋ ਸਕਦਾ ਹੈ। ਵੀ ਇਹਨਾਂ ਨੂੰ ਗਵਰਨਮੈਂਟ ਨੂੰ, ਸਰਕਾਰ ਨੂੰ ਇਹ ਸਮਝਣਾ ਚਾਹੀਦਾ ਵੀ ਅਸੀਂ ਇਹ ਜਿਹੜੀ ਰਾਜਨੀਤੀ ਕਰ ਰਹੇ ਹਾਂ ਇਹ ਸਦਾ ਨਹੀਂ ਚੱਲਣੇ ਵਾਲੀ। ਠੀਕ ਆ ਜੀ, ਹੌਲੀ ਹੌਲੀ ਸਾਰੇ 1 ਤੋਂ 2, 2 ਤੋਂ 3 ਇੱਦਾਂ ਵੱਧਦਾ ਹੀ ਜਾਂਦਾ ਕੰਮ ਹੈ। ਸਾਰੇ ਲੋਕ ਜਿਹੜੇ ਜ਼ਮੀਰ ਜਾਗਣੇ ਵਾਲੇ ਆ, ਕੁਛ ਘਰ ਵੀ ਸੁੱਤੇ ਆ, ਉਹ ਵੀ ਆ ਜਾਂਦੇ ਹੁੰਦੇ ਆ। ਠੀਕ ਆ ਜੀ, ਅੰਦਰੋਂ ਗੰਦੀ ਇੱਥੇ ਅਸੀਂ ਚੌਂਕ ਤੇ ਖੜੇ ਆ, ਦੁਨੀਆ ਜਾਂਦੀ ਆ, ਸਲੂਟ ਮਾਰ ਕੇ ਜਾਂਦੀ ਆ, ਸਾਨੂੰ ਥੰਬਸ ਅਪ ਕਰਕੇ ਜਾਂਦੀ ਆ। ਕਾਰਨ ਕੀ ਆ? ਬੇਸ਼ੱਕ ਸਾਡੇ ਨਾਲ ਨਹੀਂ ਖੜੇ ਪਰ ਹੈ ਖੜੇ ਆ। ਹਾਂਜੀ, ਉਹ ਇਨਡਾਇਰੈਕਟਲੀ ਸਾਡੇ ਨਾਲ ਹੀ ਆ ਜੀ। ਠੀਕ ਆ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਹੌਸਲੇ ਕਿੰਨੇ ਬੁਲੰਦ ਨੇ। ਭਾਵੇਂ ਕੁਝ ਲੋਕ ਇੱਥੇ ਕਿਸਾਨੀ ਸੰਘਰਸ਼ ਦੇ ਵਿੱਚ ਨਹੀਂ ਖੜ ਪਾ ਰਹੇ, ਕੁਝ ਮੁਸ਼ਕਿਲਾਂ ਹੁੰਦੀਆਂ ਉਹਨਾਂ ਨੂੰ, ਪਰਿਵਾਰ ਦੀਆਂ ਜਿਹੜੀ ਜ਼ਿੰਮੇਵਾਰੀ ਹੁੰਦੀਆਂ, ਬਟ ਜਦੋਂ ਵੀ ਇੱਥੋਂ ਲੰਘਦੇ ਨੇ ਸੈਲਿਊਟ ਕਰਕੇ ਜਾਂਦੇ ਨੇ, ਥੰਬਸ ਅਪ ਕਰਕੇ ਜਾਣ। ਇਸ ਸੰਘਰਸ਼ ਨੂੰ ਭਾਵੇਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬਟ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ ਐਂਡ ਚੱਲਦਾ ਰਹੇਗਾ ਜਦ ਤੱਕ ਕੇਂਦਰ ਸਰਕਾਰ ਇਹ ਜਿਹੜੇ ਕਾਲੇ ਕਾਨੂੰਨਾਂ ਰੱਦ ਨਹੀਂ ਕਰ ਦਿੰਦੀ। ਸੋ ਇਸੇ ਤਰ੍ਹਾਂ ਹਰ ਇੱਕ ਅਪਡੇਟ ਤੁਹਾਡੇ ਰੂਬਰੂ ਕਰਦੇ ਰਹਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।